Hello students, in this video we will discuss about splicing, which is an important concept under index numbers. Splicing ਦਾ ਮਤਲਬ ਹੈ ਕਿ ਜਦੋਂ ਅਸੀਂ ਦੋ ਇੰਡੈਕਸ ਨੰਬਰ ਸੀਰੀਜ਼ ਨੂੰ ਜੋੜ ਕੇ ਇੱਕ ਸਿੰਗਲ ਇੰਡੈਕਸ ਨੰਬਰ ਸੀਰੀਜ਼ ਦੇ ਵਿੱਚ ਕਨਵਰਟ ਕਰ ਲੈਂਦੇ ਆ। ਹੁਣ ਸਪਲਾਈਸਿੰਗ ਦੋ ਤਰ੍ਹਾਂ ਦੀ ਹੁੰਦੀ ਸਾਡੇ ਕੋਲ ਇਸੇ ਬੇਸਿਸ ਤੇ, ਫਾਰਵਰਡ ਸਪਲਾਈਸਿੰਗ ਐਂਡ ਬੈਕਵਰਡ ਸਪਲਾਈਸਿੰਗ। ਹੁਣ ਦੇਖੋ ਫੋਰ ਐਗਜ਼ਾਮਪਲ ਸਾਡੇ ਕੋਲ ਦੋ ਸੀਰੀਜ਼ ਆ, ਇੱਕ ਸੀਰੀਜ਼ ਦੇ ਵਿੱਚ ਇੰਡੈਕਸ ਨੰਬਰ ਸਾਡੇ ਕੋਲ 1990 ਤੋਂ ਲੈ ਕੇ 95 ਤੱਕ ਦਾ ਡਾਟਾ ਆ, ਜਿਹਦੇ ਵਿੱਚ ਕਿ ਬੇਸ ਈਅਰ ਸੀਗਾ 1990। ਸੋ ਉਹ 95 ਤੱਕ ਵੈਲਿਊਜ਼ ਆ। ਦੂਜੀ ਸੀਰੀਜ਼ ਬੀ ਦੇ ਵਿੱਚ 1995 ਤੋਂ ਲੈ ਕੇ 2000 ਤੱਕ ਇੰਡੈਕਸ ਨੰਬਰਸ ਆ, ਜਿਹਦਾ ਕਿ ਬੇਸ ਈਅਰ ਸੀਗਾ 1995। ਹੁਣ ਅਗਰ ਅਸੀਂ ਦੋਵਾਂ ਸੀਰੀਜ਼ ਨੂੰ ਕੰਬਾਈਨਡ ਕਰਨਾ ਚਾਹੁੰਦੇ ਆ, ਕੰਬਾਈਨਡ ਕਰਕੇ ਏ ਨੂੰ ਕਨਵਰਟ ਕਰਨਾ ਚਾਹੁੰਦੇ ਆ ਬੀ ਦੇ ਵਿੱਚ, ਦੈਟ ਮੀਨਸ ਕਿ ਏ ਨੂੰ ਅਸੀਂ ਪਹਿਲੇ ਬੇਸ ਈਅਰ 1990 ਤੇ ਕੈਲਕੂਲੇਟ ਕੀਤਾ ਸੀ, ਹੁਣ ਅਸੀਂ ਇਹਨੂੰ 95 ਬੇਸ ਈਅਰ ਮੰਨ ਕੇ ਵੈਲਿਊਜ਼ ਫਾਈਂਡ ਕਰਨਾ ਚਾਹੁੰਦੇ ਆ। ਬਟ ਕਿਉਂਕਿ ਸਾਡੇ ਕੋਲ ਸਿਰਫ ਇਹਦੇ ਵਾਸਤੇ ਪ੍ਰਾਈਸ ਇੰਡੈਕਸ ਦਿੱਤੇ ਹੋਏ ਆ, ਸਾਡੇ ਕੋਲ ਪ੍ਰਾਈਸਿਸ ਨਹੀਂ ਹੈਗੇ ਚੀਜ਼ਾਂ ਦੇ, ਲੇਕਿਨ ਪ੍ਰਾਈਸ ਇੰਡੈਕਸ ਆ, ਤਾਂ ਇਸ ਕਰਕੇ ਅਸੀਂ ਇਕੱਲੇ ਪ੍ਰਾਈਸਿਸ ਨਾ ਦਿੱਤੀ ਹੋਣ ਦੀ ਵਜ੍ਹਾ ਦੇ ਨਾਲ ਅਲੱਗ ਤਾਂ ਦੁਬਾਰਾ 1995 ਬੇਸ ਦੇ ਉੱਪਰ ਡਾਟਾ ਨਾ ਹੋਣ ਦੀ ਵਜ੍ਹਾ ਦੇ ਨਾਲ ਵੈਸੇ ਨਹੀਂ ਅਸੀਂ ਇਹਨੂੰ ਕੈਲਕੂਲੇਟ ਕਰ ਸਕਦੇ ਦੁਬਾਰਾ 95 ਬੇਸ 'ਤੇ, ਲੇਕਿਨ ਇਹਨਾਂ ਦੀ ਹੈਲਪ ਦੇ ਨਾਲ ਹੀ ਇੱਕ ਫਾਰਮੂਲੇ ਦੀ ਹੈਲਪ ਨਾਲ ਅਸੀਂ ਜਿਹੜਾ ਇਹ ਸੀਰੀਜ਼ ਆ ਉਹਨੂੰ 1995 ਬੇਸ ਈਅਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਜਿਹਦੇ ਇੰਡੈਕਸ ਫਿਰ ਜਿਹੜੇ ਨਵੇਂ ਆਉਣਗੇ ਉਹ 1995 ਬੇਸ 'ਤੇ ਹੋਣਗੇ। ਹੁਣ ਇਹ ਸੀਰੀਜ਼ ਕਨਵਰਟ ਹੋ ਗਈ ਬੀ ਦੇ ਵਿੱਚ, ਇਹਨੂੰ ਬੋਲਦੇ ਆ ਫਾਰਵਰਡ ਸਪਲਾਈਸਿੰਗ। ਇਸੇ ਤਰ੍ਹਾਂ ਦੋ ਸੀਰੀਜ਼ ਅਗਰ ਗਿਵਨ ਆ 1990 ਤੋਂ 95, 1995 ਤੋਂ 2000, ਇਹਦੇ 'ਚ ਬੇਸ ਈਅਰ ਏਜ 1990 ਆ, ਦੂਜੀ 'ਚ ਬੇਸ ਈਅਰ ਚੇਂਜ ਕਰਕੇ ਕਰਤਾ 1995। ਹੁਣ ਬੀ ਨੂੰ ਏਜ ਕਨਵਰਟ ਕਰਨਾ, ਮੰਨ ਲਓ ਆ ਜਿਹੜਾ ਬੇਸ ਈਅਰ 1995 ਲੈ ਕੇ ਇੰਡੈਕਸ ਨੰਬਰ ਕੈਲਕੂਲੇਟ ਕੀਤੇ ਸੀ, ਇਹਨਾਂ ਨੂੰ ਅਸੀਂ ਕਨਵਰਟ ਕਰਨਾ 1990 ਬੇਸ ਈਅਰ ਦੇ ਵਿੱਚ। ਤਾਂ ਉਹ ਹੁਣ ਬੇਸ ਈਅਰ ਚੇਂਜ ਕਰਕੇ ਜਿਹੜਾ ਅਸੀਂ ਪਿੱਛੇ ਵਾਲੇ ਬੇਸ ਈਅਰ ਵੱਲ ਜਾ ਰਹੇ ਹਾਂ, ਇਹਨੂੰ ਅਸੀਂ ਬੋਲਦੇ ਹਾਂ ਬੈਕਵਰਡ ਸਪਲਾਈਸਿੰਗ। ਹੁਣ ਇਹਦਾ ਫਾਰਮੂਲਾ ਕੀ ਹੁੰਦਾ? ਫਾਰਵਰਡ ਸਪਲਾਈਸਿੰਗ ਦੇ ਲਈ ਫਾਰਮੂਲਾ ਸਾਡੇ ਕੋਲ ਹੁੰਦਾ ਆ 100 ਇੰਟੂ ਇੰਡੈਕਸ ਨੰਬਰ ਟੂ ਬੀ ਸਪਲਾਈਜ਼ਡ, 100 ਇੰਟੂ ਇੰਡੈਕਸ ਨੰਬਰ ਟੂ ਬੀ ਸਪਲਾਈਜ਼ਡ। ਜਿੱਦਾਂ ਹੁਣ ਇੱਥੇ ਦੇਖੋ 100 ਅਸੀਂ ਫਾਰਵਰਡ ਸਪਲਾਈਸਿੰਗ ਕਰਨੀ ਆ, 1995 ਬੇਸ ਈਅਰ ਬਣਾਉਣਾ ਇਸ ਸੀਰੀਜ਼ ਦਾ, ਇਹਦੇ ਵਿੱਚ 1990 ਦੇ ਸਾਹਮਣੇ ਜੋ ਵੀ ਇੰਡੈਕਸ ਨੰਬਰ ਹੋਏਗਾ ਦੈਟ ਇਜ਼ ਇੰਡੈਕਸ ਨੰਬਰ ਟੂ ਬੀ ਸਪਲਾਈਜ਼ਡ ਓਵਰ ਓਲਡ ਇੰਡੈਕਸ ਨੰਬਰ। ਹੁਣ ਉਹ ਜਿਹੜਾ ਪੁਰਾਣਾ ਇੰਡੈਕਸ ਨੰਬਰ ਕਿੰਨਾ ਹੈਗਾ ਆ ਆਫ ਐਗਜ਼ਿਸਟਿੰਗ ਬੇਸ, ਐਗਜ਼ਿਸਟਿੰਗ ਬੇਸ ਦਾ ਮਤਲਬ ਕਿ 1995 ਦੇ ਵਿੱਚ, ਕਿਉਂਕਿ ਇਹਨੂੰ ਨਵਾਂ ਬੇਸ ਈਅਰ ਬਣਾਉਣਾ ਆਪਾਂ, ਉਹਦੇ ਸਾਹਮਣੇ 1995 ਦੇ ਸਾਹਮਣੇ ਪੁਰਾਣਾ ਜਿਹੜਾ ਇੰਡੈਕਸ ਨੰਬਰ ਆ ਉਹ ਕਿੰਨਾ ਆ, ਉਹਦੇ ਨਾਲ ਡਿਵਾਈਡ ਕਰ ਦੇਣਾ 100 ਇੰਟੂ ਇੰਡੈਕਸ ਨੰਬਰ ਟੂ ਬੀ ਸਪਲਾਈਜ਼, ਜਿਹੜੇ ਵੀ ਈਅਰ ਦਾ ਸਪਲਾਈਜ਼ ਕਰਨਾ ਇੰਡੈਕਸ ਨੰਬਰ ਉਹਦੀ ਵੈਲਿਊ, ਡਿਵਾਈਡਡ ਬਾਈ ਓਲਡ ਇੰਡੈਕਸ ਨੰਬਰ ਆਫ ਐਗਜ਼ਿਸਟਿੰਗ ਬੇਸ, ਕਿ ਐਗਜ਼ਿਸਟਿੰਗ ਬੇਸ ਆਪਾਂ ਹੁਣ ਕਿਹੜਾ ਲੈਣਾ 1995, ਉਹਦੇ ਸਾਹਮਣੇ ਜਿਹੜਾ ਓਲਡ ਇੰਡੈਕਸ ਨੰਬਰ ਆ ਉਹਦੀ ਵੈਲਿਊ। ਇਸੇ ਤਰ੍ਹਾਂ ਜੇ ਬੈਕਵਰਡ ਸਪਲਾਈਸਿੰਗ ਕਰਨੀ ਆ ਤਾਂ ਉਹਦੇ ਲਈ ਕੀ ਕਰਾਂਗੇ, ਜਿੱਦਾਂ ਹੁਣ ਸਪੋਜ਼ ਆ 1995 ਵਾਲਾ ਜਿਹੜਾ ਡਾਟਾ ਆ ਇਹਨੂੰ ਅਸੀਂ 1990 ਦੇ ਵਿੱਚ ਕਨਵਰਟ ਕਰਨਾ, ਤਾਂ ਕੀ ਕਰਾਂਗੇ ਓਲਡ ਇੰਡੈਕਸ ਨੰਬਰ, ਓਲਡ ਇੰਡੈਕਸ ਔਨ ਐਗਜ਼ਿਸਟਿੰਗ ਬੇਸ, ਕਿ 1995 ਜਿੱਦਾਂ ਹੁਣ ਓਲਡ ਇੰਡੈਕਸ ਇਹਦਾ ਕਿੰਨਾ ਹੈ ਐਗਜ਼ਿਸਟਿੰਗ ਬੇਸ 'ਤੇ, ਇੰਟੂ ਇੰਡੈਕਸ ਨੰਬਰ ਟੂ ਬੀ ਸਪਲਾਈਜ਼ਡ। ਹੁਣ ਇਹਦਾ ਜਿਹੜਾ ਸਪਲਾਈਜ਼ ਕਰਨਾ ਇੱਥੇ ਕੀ ਆ ਓਲਡ 1990 ਦਾ ਜਿਹੜਾ ਪੁਰਾਣਾ ਸੀਗਾ ਉਹ ਵਾਲਾ ਓਵਰ 100। तो old index of existing base that is index number of 1990, index number to be supplied that is of 1995 with the बाकी years ਦਾ ਵੀ ਹੋਏਗਾ over 100। ਹੁਣ ਅਸੀਂ ਇੱਕ ਐਗਜ਼ਾਮਪਲ ਦੀ ਹੈਲਪ ਦੇ ਨਾਲ ਫਾਰਵਰਡ ਐਂਡ ਬੈਕਵਰਡ ਸਪਲਾਈਸਿੰਗ ਸਿੱਖਾਂਗੇ। ਹੁਣ ਇਸ ਐਗਜ਼ਾਮਪਲ ਦੇ ਵਿੱਚ ਸਾਡੇ ਕੋਲ 2010 ਤੋਂ 15 ਤੱਕ ਦੇ ਇੰਡੈਕਸ ਨੰਬਰ ਦਿੱਤੇ ਆ। ਓਲਡ ਇੰਡੈਕਸ ਨੰਬਰ ਜਿਹੜਾ ਉਹਦੇ ਵਿੱਚ ਇੱਕ 2010 ਨੂੰ ਲੈ ਕੇ ਬੇਸ ਈਅਰ ਜਿਹੜਾ ਆ ਉਹ ਬਣਾਇਆ ਗਿਆ ਆ। ਸੋ 2010 ਨੂੰ ਬੇਸ ਈਅਰ ਮੰਨ ਕੇ 2010 ਤੋਂ 2014 ਤੱਕ ਸਾਡੇ ਕੋਲ ਇੰਡੈਕਸ ਵੈਲਿਊਜ਼ ਜਿਹੜੀਆਂ ਹੈਗੀਆਂ, ਇੰਡੈਕਸ ਹੈਗੇ ਆ। ਦੂਸਰੀ ਸੀਰੀਜ਼ ਜਿਹੜੀ ਉਹ ਹੈ ਸਾਡੇ ਕੋਲ 2013 ਤੋਂ ਲੈ ਕੇ 2015 ਤੱਕ, ਜਿਹਦੇ ਵਿੱਚ ਕਿ ਬੇਸ ਈਅਰ ਜਿਹੜਾ ਉਹ 2014 ਨੂੰ ਮੰਨਿਆ ਗਿਆ ਆ। ਹੁਣ ਅਗਰ ਅਸੀਂ ਫਾਰਵਰਡ ਸਪਲਾਈਸਿੰਗ ਕਰਨੀ ਆ ਦੈਟ ਮੀਨਸ ਕਿ ਅਸੀਂ ਆ ਜਿਹੜਾ 2010 ਬੇਸ ਈਅਰ ਆ ਇਹ ਵਾਲੀਆਂ ਇੰਡੈਕਸ ਵੈਲਿਊਜ਼ ਨੂੰ ਚੇਂਜ ਕਰਕੇ ਅਸੀਂ 2014 ਦੇ ਬੇਸ ਈਅਰ 'ਤੇ ਲੈ ਕੇ ਆਉਣਾ ਆ। ਦੈਟ ਮੀਨਸ ਕਿ ਆ ਜਿਹੜਾ 2014 ਦਾ ਬੇਸ ਈਅਰ ਆ ਇਹਦੇ ਵਿੱਚ ਆ ਸਾਡੇ ਕੋਲ ਜਿਹੜਾ ਨਿਊ ਇੰਡੈਕਸ ਆ 2014 ਦੇ ਉੱਪਰ, ਤੇ ਆ ਜਿਹੜਾ ਓਲਡ ਇੰਡੈਕਸ ਹੈਗਾ ਆ ਐਗਜ਼ਿਸਟਿੰਗ ਬੇਸ ਦੇ ਉੱਪਰ ਉਹ ਹੈਗਾ 157.1। ਹੁਣ ਸਾਡੇ ਕੋਲ ਫਾਰਮੂਲਾ ਕੀ ਹੁੰਦਾ ਆ ਇਹਦਾ, ਜਿਹੜਾ ਸਪਲਾਈਸਿੰਗ ਦਾ ਸਾਡੇ ਕੋਲ ਫਾਰਮੂਲਾ ਆ ਉਹ ਕੀ ਹੈਗਾ ਆ
ਫਾਰਵਰਡ ਦਾ ਕਿ 100 ਓਵਰ index number on old index number on existing base into index number to be supplied। ਹੁਣ ਅਸੀਂ ਕੀ ਕਰਾਂਗੇ ਉਹਦੇ ਅਕੋਰਡਿੰਗ ਵੈਲਿਊਜ਼ ਫਾਈਂਡ ਕਰ ਲਾਂਗੇ। ਹੁਣ 2010 ਦੇ ਲਈ ਅਗਰ ਮੈਂ ਵੈਲਿਊ ਫਾਈਂਡ ਕਰਨੀ ਆ ਤੇ 2010 ਦੇ ਲਈ ਵੈਲਿਊ ਸਾਨੂੰ ਇੱਥੇ ਫਾਈਂਡ ਕਰਨ ਦੇ ਲਈ ਨਿਊ ਜਿਹੜਾ ਇੰਡੈਕਸ ਨੰਬਰ ਦੇ ਵਿੱਚ ਅਸੀਂ ਕਿੱਦਾਂ ਕਰਾਂਗੇ, ਸਭ ਤੋਂ ਪਹਿਲੇ 100 डिवाइडेड बाय ओल्ड इंडेक्स नंबर ऑन एग्जिस्टिंग बेस असी केड़ा बनाना हुण 2014 ਉਹਦੇ ਉੱਪਰ ओल्ड वैल्यू कितनी है इंडेक्स की 157.1 इंटू की करना इंडेक्स नंबर टू बी सप्लाइज्ड कितना जिन्हों असी सप्लाइज करना एग्जिस्टिंग 141.5 ये साडे कोल आ जाएगा 90.07। दूजा हुण अगला करना है 100 ओवर एग्जिस्टिंग कितना है बेस जेड़ा 150 ओल्ड इंडेक्स नंबर ऑफ एग्जिस्टिंग बेस 157.1 इंटू हुण अगले साल ਲਈ ओल्ड इंडेक्स कितना है 163.7। ਇਹਨਾਂ ਨੂੰ ਜਦੋਂ ਸੋਲਵ ਕੀਤਾ ਇਹ ਆ ਗਿਆ ਸਾਡੇ ਕੋਲ 104.2। ਇਸੇ ਤਰ੍ਹਾਂ ਜਦੋਂ ਤੀਸਰੇ ਸਾਲ ਦੇ ਲਈ ਅਸੀਂ ਕਰਾਂਗੇ 2012 ਦੇ ਲਈ ਤਾਂ 158.2 ਨਾਲ ਮਲਟੀਪਲਾਈ ਕਰਤਾ ਇੱਥੇ 100 ਓਵਰ 157.1 ਨੂੰ ਇਹ ਆ ਗਿਆ ਸਾਡੇ ਕੋਲ 100.7। ਆ ਤਾਂ ਨਿਊ ਇੰਡੈਕਸ ਨੰਬਰ ਤੇ ਆਲਰੇਡੀ ਵੈਲਿਊਜ਼ ਹੈਗੀਆਂ 2014 ਤੇ ਇਹ ਸਾਡੇ ਕੋਲ ਐਜ਼ ਇਟ ਇਜ਼ ਹੀ ਰਹਿ ਜਾਣਗੀਆਂ। 2015 ਦੇ ਲਈ ਅਸੀਂ ਇਸ ਕਰਕੇ ਵੈਲਿਊ ਨਹੀਂ ਫਾਈਂਡ ਕਰ ਸਕਦੇ ਬਿਕਾਜ਼ ਸਾਡੇ ਕੋਲ 올ਡ ਇੰਡੈਕਸ ਦਿੱਤਾ ਹੀ ਨਹੀਂ ਆ। ਉਹਦੇ ਵਿੱਚ ਸਿਰਫ ਨਿਊ ਸੀਰੀਜ਼ ਜਿਹੜੀ ਬੀ ਸੀਰੀਜ਼ ਸੀ ਉਹਦੇ ਲਈ ਇੰਡੈਕਸ ਨੰਬਰ ਸੀਗਾ 2014 ਬੇਸ ਤੇ 15 ਦੇ ਲਈ ਵੈਲਿਊ ਹੀ ਨਹੀਂ ਸੀ, ਇਸ ਕਰਕੇ ਇਹ ਵੈਲਿਊ ਅਸੀਂ ਇੱਥੇ ਫਾਈਂਡ ਨਹੀਂ ਕਰਾਂਗੇ। ਹੁਣ ਇੱਦਾਂ ਹੀ ਅਸੀਂ ਦੇਖਾਂਗੇ ਕਿ ਅਗਰ ਅਸੀਂ ਬੈਕਵਰਡ ਸਪਲਾਈਸਿੰਗ ਕਰਨੀ ਹੋਵੇ ਦੈਟ ਮੀਨਸ ਕਿ ਜਿਹੜੀ ਬੀ ਸੀਰੀਜ਼ ਆ ਉਹਨੂੰ ਅਸੀਂ ਕਨਵਰਟ ਕਰਨਾ ਹੋਵੇ ਏ ਸੀਰੀਜ਼ ਦੇ ਵਿੱਚ, ਦੈਨ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ। ਹੁਣ ਇਸੇ ਸੀਰੀਜ਼ ਦੇ ਲਈ ਅਸੀਂ ਬੈਕਵਰਡ ਸਪਲਾਈਸਿੰਗ ਕਰਨੀ ਹੋਵੇ ਤਾਂ ਬੈਕਵਰਡ ਸਪਲਾਈਸਿੰਗ ਦੇ ਲਈ ਇੱਥੇ ਦੇਖੋ ਇਹ ਸਾਡੇ ਕੋਲ ਵੈਲਿਊਜ਼ ਜਿਹੜੀਆਂ ਸੀਗੀਆਂ ਉਹ 2013 ਤੋਂ ਸਟਾਰਟ ਹੋ ਰਹੀਆਂ, ਦੈਟ ਮੀਨਸ ਕਿ ਆਹ ਵਾਲੀਆਂ ਵੈਲਿਊਜ਼ ਹੁਣ ਅਸੀਂ ਇਹ ਜਿਹੜੀਆਂ ਨਹੀਂ ਹੈਗੀਆਂ ਸਾਡੇ ਕੋਲ। ਹੁਣ ਅਸੀਂ ਇਹ ਜਿਹੜੀਆਂ ਆ ਤਿੰਨ ਸਾਡੇ ਕੋਲ ਈਅਰ ਦੀਆਂ ਵੈਲਿਊਜ਼ ਆ ਇਹਨਾਂ ਦੇ ਵਾਸਤੇ ਅਸੀਂ ਨਿਊ ਵੈਲਿਊਜ਼ ਫਾਈਂਡ ਕਰਨੀਆਂ। ਹੁਣ ਇਹ ਨਿਊ ਵੈਲਿਊਜ਼ ਫਾਈਂਡ ਕਰਨ ਦੇ ਲਈ 2010 ਜਿਹੜਾ ਹੈ ਸਾਡੇ ਕੋਲ ਨਿਊ ਬੇਸ ਈਅਰ ਬਣ ਜਾਏਗਾ। ਇਹ ਜਿਹੜਾ ਫਾਰਮੂਲਾ ਹੈ ਸਾਡੇ ਕੋਲ ਬੈਕਵਰਡ ਸਪਲਾਈਸਿੰਗ ਦਾ ਉਹ ਕੀ ਹੈਗਾ, 올ਡ ਇੰਡੈਕਸ ਨੰਬਰ ਔਨ ਐਗਜ਼ਿਸਟਿੰਗ ਬੇਸ ਇਨਟੂ ਇੰਡੈਕਸ ਨੰਬਰ ਟੂ ਬੀ ਸਪਲਾਈਜ਼ਡ ਓਵਰ 100। ਹੁਣ ਇਸ ਕੇਸ ਦੇ ਵਿੱਚ ਸਾਡੇ ਕੋਲ ਜਿਹੜਾ 올ਡ ਇੰਡੈਕਸ ਨੰਬਰ ਔਨ ਐਗਜ਼ਿਸਟਿੰਗ ਬੇਸ ਹੈਗਾ ਆ ਉਹ ਕਿੰਨਾ ਆ, ਜਿਸ ਤਰ੍ਹਾਂ ਇੱਥੇ ਐਗਜ਼ਿਸਟਿੰਗ ਬੇਸ ਅਗਰ ਨਿਊ ਇੰਡੈਕਸ ਨੰਬਰ ਸੋ ਹੁਣ ਕਿਉਂਕਿ 2015 ਦੇ ਵਿੱਚ ਇੱਥੇ ਸਾਡੇ ਕੋਲ ਬੇਸ ਚੇਂਜ ਹੋਇਆ ਸੀ, ਸੋ ਅਗਰ 2014 ਦੇ ਲਈ ਪੁਰਾਣੀ ਵੈਲਿਊ ਅਸੀਂ ਫਾਈਂਡ ਕਰਨੀ ਹੈ ਤਾਂ ਬੈਕਵਰਡ ਸਪਲਾਈਸਿੰਗ ਦੇ ਲਈ ਫਾਰਮੂਲਾ ਕੀ ਸੀ ਸਾਡੇ ਕੋਲ ਕਿ 올ਡ ਇੰਡੈਕਸ ਨੰਬਰ ਔਨ ਐਗਜ਼ਿਸਟਿੰਗ ਬੇਸ ਹੁਣ ਅਸੀਂ ਉਹਦੇ 'ਤੇ 올ਡ ਇੰਡੈਕਸ ਕਿੰਨਾ ਹੈ ਇੱਥੇ 157.1 ਇੰਟੂ ਇੰਡੈਕਸ ਨੰਬਰ ਟੂ ਬੀ ਸਪਲਾਈਜ਼ਡ, ਕਿਹਨੂੰ ਸਪਲਾਈਜ਼ ਕਰਨਾ 100 ਨੂੰ ਡਿਵਾਈਡਡ ਬਾਏ 100। ਇਹਦਾ ਮਤਲਬ ਇਹਦੇ ਲਈ ਸਾਡਾ ਆਨਸਰ ਆ ਗਿਆ 157.1। ਇਸੇ ਤਰ੍ਹਾਂ ਨੈਕਸਟ ਈਅਰ 2015 ਦੇ ਲਈ ਸਾਡੇ ਕੋਲ ਐਗਜ਼ਿਸਟਿੰਗ ਬੇਸ ਤੇ ਵੈਲਿਊ ਹੈਗੀ 2014 ਦਾ 올ਡ ਇੰਡੈਕਸ ਹੈਗਾ 157.1 ਓਵਰ 100 ਇੰਟੂ ਇੰਡੈਕਸ ਨੰਬਰ ਟੂ ਬੀ ਸਪਲਾਈਜ਼ਡ, ਇਹਨੂੰ ਸਪਲਾਈਜ਼ ਕਰਨਾ ਅਸੀਂ 102.30, ਇਹ ਆਨਸਰ ਆ ਗਿਆ 160.71। ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਫੋਰਵਰਡ ਐਂਡ ਬੈਕਵਰਡ ਦੋਨੋਂ ਤਰ੍ਹਾਂ ਸਪਲਾਈਸਿੰਗ ਕਰਕੇ ਸਾਡੇ ਕੋਲ ਇਹ ਸੀਰੀਜ਼ ਅਸੀਂ ਕੰਟੀਨਿਊਟੀ 'ਚ ਬਣਾ ਸਕਦੇ ਹਾਂ। ਸੋ ਸੇਮ ਐਗਜ਼ਾਮਪਲ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਓਰੀਜਨਲੀ ਜੋ ਡਾਟਾ ਸੀਗਾ ਉਹ ਇੱਥੇ ਫਸਟ ਸੀਰੀਜ਼ ਦੇ ਵਿੱਚ 2010 ਤੋਂ ਲੈ ਕੇ 14 ਤੱਕ ਗਿਵਨ ਸੀ ਐਂਡ ਸੈਕਿੰਡ ਸੀਰੀਜ਼ ਦੇ ਵਿੱਚ 2013 ਤੋਂ ਲੈ ਕੇ 15 ਤੱਕ ਸੀ। ਹੁਣ ਜਦੋਂ ਅਸੀਂ ਫਾਰਵਰਡ ਸਪਲਾਈਸਿੰਗ ਕੀਤੀ ਸੀ ਕਿ ਬੀ ਨੂੰ ਏ ਦੇ ਵਿੱਚ ਕਨਵਰਟ ਕੀਤਾ ਸੀਰੀਜ਼ ਨੂੰ, ਦੈਟ ਮੀਨਸ ਕਿ ਆ ਜਿਹੜੀ ਸਾਡੇ ਕੋਲ ਸੌਰੀ ਇਹਦੇ ਵਿੱਚ ਅਸੀਂ ਕੀ ਕੀਤਾ ਫਾਰਵਰਡ ਸਪਲਾਈਸਿੰਗ ਦੇ ਵਿੱਚ ਕਿ ਜਿਹੜੇ ਏ ਦਾ ਡਾਟਾ ਸੀ ਸਾਡੇ ਕੋਲ ਅਸੀਂ ਬੀ ਦੇ ਵਿੱਚ ਕਨਵਰਟ ਕੀਤਾ ਤਾਂ ਆਹ ਵਾਲੀਆਂ ਵੈਲਿਊ ਸਾਡੇ ਕੋਲ ਆ ਗਈਆਂ ਸੀ। ਇਹ ਵਾਲੀਆਂ ਜੋ ਵੈਲਿਊ ਸੀਗੀਆਂ ਸਾਰੀਆਂ
2014 ਬੇਸ 'ਤੇ ਅਸੀਂ ਇਹਨਾਂ ਨੂੰ ਕਰ ਲਿਆ ਸੀਗਾ ਫੋਰਵਰਡ ਸਪਲਾਈਸਿੰਗ ਕਰਕੇ ਵੈਲਿਊਜ਼ ਆਈਆਂ ਸੀ। ਦੈਨ ਅਸੀਂ ਜਦੋਂ ਕੀਤੀ ਬੈਕਵਰਡ ਸਪਲਾਈਸਿੰਗ ਦੈਟ ਮੀਨਸ 1990 ਬੇਸ 'ਤੇ ਲੈ ਕੇ ਗਏ ਤਾਂ ਸਾਡੇ ਕੋਲ 2015 ਦੀ ਇਹ ਵੈਲਿਊ ਆ ਗਈ ਸੀ। ਸੋ ਕਿਉਂਕਿ ਬਾਕੀ ਵੈਲਿਊਜ਼ ਤਾਂ ਸਾਰੀਆਂ ਆਲਰੇਡੀ ਸਾਡੇ ਕੋਲ ਇਹ ਵਾਲੀਆਂ ਗਿਵਨ ਸੀਗੀਆਂ, ਇਹ ਐਜ਼ ਇਟ ਇਜ਼ ਹੀ ਯੂਜ਼ ਹੋ ਜਾਣਗੀਆਂ। ਤਾਂ ਜਿਹੜੀਆਂ ਪੁਰਾਣੇ ਬੇਸ ਦੇ ਉੱਪਰ ਪਹਿਲਾਂ ਹੀ ਦਿੱਤੀਆਂ ਉਹ ਐਜ਼ ਇਟ ਇਜ਼ ਹੀ ਲਿਖ ਲੈਣੀਆਂ। ਜਿੱਦਾਂ ਹੁਣ 1990 ਬੇਸ ਆ, ਚਾਹੇ ਫੋਰਵਰਡ ਸਪਲਾਈਸਿੰਗ ਆ ਚਾਹੇ ਬੈਕਵਰਡ ਆ। ਜੇ ਅਸੀਂ ਇਹਦੇ ਵਿੱਚ ਸਪੋਜ਼ ਅਸੀਂ 2010 ਨੂੰ ਬੇਸ ਮੰਨਿਆ ਤਾਂ 2010 ਦੇ ਬੇਸ ਵਾਲੀਆਂ ਆਈ ਵੈਲਿਊਜ਼ ਰਹਿਣਗੀਆਂ। ਜੇ ਅਸੀਂ 14 ਨੂੰ ਬੇਸ ਮੰਨਿਆ ਸੀ ਤਾਂ 14 ਨੂੰ ਬੇਸ ਮੰਨ ਕੇ ਇਹਦੇ ਸਾਹਮਣੇ ਆਹ ਵਾਲੀ ਵੈਲਿਊ ਸੀਗੀ ਜਾਂ ਹੋਰ ਵੈਲਿਊਜ਼ ਜਿੰਨੀਆਂ ਵੀ ਸਾਡੇ ਕੋਲ ਆ ਰਹੀਆਂ ਸੀਗੀਆਂ ਇਹ ਵਾਲੀਆਂ। ਜਿਸ ਤਰ੍ਹਾਂ 2015 ਦੇ ਵਿੱਚ ਵੈਸੇ ਓਰੀਜਨਲੀ ਸਾਡੇ ਕੋਲ ਕੋਈ ਵੈਲਿਊ ਨਹੀਂ ਸੀ, ਲੇਕਿਨ ਜਦੋਂ ਅਸੀਂ 2014 ਵਾਲੇ ਦੀ ਸਪਲਾਈਸਿੰਗ ਕੀਤੀ 2010 ਦੇ ਬੇਸ ਦੇ ਉੱਪਰ ਮਤਲਬ ਬੈਕਵਰਡ ਸਪਲਾਈਸਿੰਗ ਕੀਤੀ ਤਾਂ ਫਿਰ ਸਾਡੇ ਕੋਲ ਵੈਲਿਊ ਆ ਗਈ ਸੀ ਇਹਦੀ 160.71 ਸੀਰੀਜ਼ ਕੰਪਲੀਟ ਹੋ ਗਈ ਸੀ। ਇੱਦਾਂ ਹੀ ਇਹਦੇ ਵਿੱਚ ਸਾਡੇ ਕੋਲ ਇਹ ਸੀਰੀਜ਼ ਕੰਪਲੀਟ ਹੋ ਗਈ। ਤੋ ਬੈਕਵਰਡ ਦੇ ਵਿੱਚ ਅਸੀਂ ਵੈਸੇ ਕੀ ਕਰਦੇ ਹਾਂ B to A ਕਰਦੇ ਹਾਂ ਔਰ ਫੋਰਵਰਡ ਦੇ ਵਿੱਚ A ਨੂੰ B ਦੇ ਵਿੱਚ ਕਨਵਰਟ ਕਰਦੇ ਹਾਂ। ਜਦੋਂ A ਨੂੰ B 'ਚ ਕਨਵਰਟ ਕੀਤਾ ਸੀ ਤਾਂ ਸਾਡੇ ਕੋਲ ਆਹ ਵਾਲੀਆਂ ਵੈਲਿਊਜ਼ ਚੇਂਜ ਹੋ ਕੇ ਇਹ ਬਣ ਗਈਆਂ ਸੀ। ਜਦੋਂ ਅਸੀਂ ਬੈਕਵਰਡ ਸਪਲਾਈਸਿੰਗ ਕੀਤੀ ਇਹ ਵਾਲੀਆਂ ਵੈਲਿਊਜ਼ ਜਿਹੜੀਆਂ ਸੀ ਇਹ ਚੇਂਜ ਹੋ ਕੇ ਆ ਸਾਡੇ ਕੋਲ ਵੈਲਿਊਜ਼ ਆ ਗਈਆਂ ਸੀ। ਸੋ ਇਸ ਕਰਕੇ ਇਸ ਤਰ੍ਹਾਂ ਅਸੀਂ ਇੱਕ ਕੰਟੀਨਿਊਸ ਸੀਰੀਜ਼ ਦਾ ਰੂਪ ਇਹਨੂੰ ਦੇ ਸਕਦੇ ਹਾਂ ਫਾਰਵਰਡ ਐਂਡ ਬੈਕਵਰਡ ਸਪਲਾਈਸਿੰਗ ਦੀ ਹੈਲਪ ਦੇ ਨਾਲ।